किताब विपरण की रीत तो सच दा मार्ग भाग पंजवां। लेखक सरदार गुरबख्श सिंह काला अफगाना। छेवें कांड का दूजा भाग हो सबना की रेणुका। आवाज़ गुरजंट सिंह रूपोवाली। वाहिगुरू जी का खालसा वाहिगुरू जी की फतेह। चरण धूड़ बन जाना निमरता का सिखर है। बेअंत गुरु शब्दों में चरण धूड़ बन जाण नूं प्रभु मिलाप का साधन मन्निया है। सतगुਰਾਂ ने सिख ਨੂੰ ਉਹ ਅੱਖ ਪ੍ਰਦਾਨ ਕੀਤੀ ਹੈ ਜਿਹੜੀ ਸਾਰੇ ਪ੍ਰਾਣੀਆਂ ਵਿੱਚ ਅਕਾਲ ਪੁਰਖ ਦੀ ਜੋਤ ਦੇ ਦਰਸ਼ਨ ਕਰਦੀ ਹੈ। ਇਹ ਨੇਤਰੋ ਮੇਰਿਓ ਹਰ ਤੁਮੇ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ। ਪੰਨਾ 922। ਜਦ ਸਾਰਿਆਂ ਜੀਵਾਂ ਵਿੱਚ ਉਹ ਆਪ ਹੀ ਆਪ ਹੈ ਤਾਂ ਮੰਦਾ ਕਿਸ ਨੂੰ ਕਹਿਣਾ ਹੋਇਆ। ਪਿਆਰ ਅਤੇ ਹਮਦਰਦੀ ਵੰਡਣ ਦੀ ਥਾਂ ਕਿਸੇ ਪ੍ਰਤੀ ਅਜਾਈਂ ਘਿਰਣਾ ਦਾ ਪ੍ਰਗਟਾਵਾ ਕਰਕੇ ਕਿਸੇ ਦਾ ਦਿਲ ਦਿਖਾਉਣਾ ਗੁਰੂ ਪੰਥ ਦੀ ਸੇਵਾ ਨਹੀਂ ਹੈ, ਸਗੋਂ ਪੰਥ ਨੂੰ ਢਹਿੰਦੀਆਂ ਕਲਾ ਵੱਲ ਲੈ ਜਾਣ ਵਾਲੀ ਹੈਂਕੜਗ੍ਰਸੀ ਮੂਰਖਤਾਈ ਹੈ। ਸਗਲ ਸਭਨਾ ਸਰਬ ਸਰਬੱਤ ਸਾਂਝੀਵਾਲਤਾ ਆਦਿ ਸ਼ਬਦ ਗੁਰਮਤਿ ਦਾ ਪ੍ਰਧਾਨ ਅੰਗ ਹਨ। ਉੱਚਾ ਬਣਨ ਲਈ ਮਨੁੱਖ ਨੇ ਸਭਨਾ ਦੀ ਚਰਨ ਧੂੜ ਬਣਨ ਵਾਲਾ ਮਨ ਬਣਾਉਣਾ ਹੈ। ਜਿਵੇਂ ਅਰਦਾਸ ਕਰਨ ਸਮੇਂ ਸਰਬੱਤ ਦਾ ਭਲਾ ਮੰਗਣ ਸਮੇਂ ਕੋਈ ਸਿੱਖ ਇਹ ਨਹੀਂ ਕਹਿ ਸਕਦਾ ਕਿ ਸਵਾਏ ਨੇ ਗੁਰਿਆਂ ਦੇ, ਸ਼ਰਾਬੀਆਂ ਦੇ, ਵਿਕਾਰੀਆਂ ਦੇ ਅਥਵਾ ਸਵਾਏ ਮੇਰੇ ਦੁਸ਼ਮਣਾਂ ਦੇ ਬਾਕੀ ਸਰਬੱਤ ਦਾ ਭਲਾ। ਇਸੇ ਤਰ੍ਹਾਂ ਹੀ ਚਰਨ ਧੂੜ ਵੀ ਸਭਨਾ ਦੇ ਚਰਨਾਂ ਦੀ ਹੀ ਬਣਨਾ ਸੰਕਲਪ ਹੈ। ਹੋ ਸਭਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ। ਪੰਨਾ 1102। ਗੁਰਵਾਕ ਦਾ ਇਹ ਅਰਥ ਨਹੀਂ ਹੈ ਕਿ ਸਵਾਏ ਕਥ ਤਿੰਨ ਗੁਰਿਆਂ ਦੀ ਚਰਨ ਧੂੜ ਬਣਨ ਦੇ ਬਾਕੀ ਸਾਰਿਆਂ ਦੀ ਚਰਨ ਧੂੜ ਬਣ ਕੇ ਮੇਰੇ ਪਾਸ ਆਓ। ਚਰਨ ਧੂੜ ਦਾ ਅਰਥ ਸੱਚਮੁੱਚ ਰਸਤੇ ਦਾ ਘੱਟਾ ਬਣਨ ਤੋਂ ਨਹੀਂ ਹੈ। ਮਨ ਵਿੱਚ ਆਪਣੇ ਨਾਲੋਂ ਸਾਰਿਆਂ ਨੂੰ ਚੰਗਾ ਸਮਝਣਾ ਹੀ ਚਰਨ ਧੂੜ ਬਣਨਾ ਹੁੰਦਾ ਹੈ। ਸਤਿਗੁਰਾਂ ਦਾ ਇਹ ਫਰਮਾਨ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਪੰਨਾ 728। ਮਨੁੱਖ ਨੂੰ ਸਭਨਾਂ ਦੀ ਚਰਨ ਧੂੜ ਬਣਨ ਦਾ ਉਪਦੇਸ਼ ਦੇ ਰਿਹਾ ਹੈ। ਨਿਰਮਾਣ ਹੋ ਕੇ ਲੋੜਵੰਦਾਂ ਦਾ ਸਹਾਈ ਹੋਣਾ ਹੀ ਲੋਕਾਂ ਦੀ ਚਰਨ ਧੂੜ ਬਣਨ ਤੋਂ ਲੈ। ਆਪਾ ਭਾਵ ਗਵਾ ਕੇ ਸਤਿਗੁਰਾਂ ਦੇ ਅਥਵਾ ਗੁਰਮੁਖਾਂ ਦੇ ਉਪਦੇਸ਼ ਅਨੁਸਾਰ ਆਪਣਾ ਜੀਵਨ ਢਾਲ ਲੈਣਾ ਹੀ ਸਤਿਗੁਰਾਂ ਦੀ ਅਤੇ ਗੁਰਮੁਖ ਸੰਤ ਜਨਾਂ ਦੀ ਚਰਨ ਧੂੜ ਹੈ। ਇਹੀ ਹੈ ਗੁਰਮਤਿ ਦੀ ਚਰਨਾਮ੍ਰਿਤ। ਉਪਰੋਕਤ ਨਾਮ ਅੰਮ੍ਰਿਤ ਲੇਖ ਵਿੱਚ ਖੋਲ੍ਹ ਕੇ ਲਿਖਿਆ ਹੈ ਕਿ ਗੁਰਬਾਣੀ ਵਿੱਚ ਨਾਮ ਅੰਮ੍ਰਿਤ ਲਈ ਚਖਣ ਖਾਣ ਪੀਣ ਦੇ ਨਾਲ ਪਹਿਨਣ ਪਦ ਦੀ ਵਰਤੇ ਗਏ ਹਨ। ਸੋ ਚਰਨਾਮ੍ਰਿਤ ਪੀਣ ਦੇ ਅਥਵਾ ਚਰਨ ਧੂੜ ਬਣ ਜਾਣ ਦੇ ਗੁਰਮਤਿ ਅਰਥ ਵੀ ਉਸੇ ਆਧਾਰ 'ਤੇ ਹੀ ਸਮਝਣੇ ਲੋੜੀਏ। ਸਤਿਗੁਰਾਂ ਦਾ ਅਸਲ ਭਾਵ ਸਮਝਣ ਲਈ ਆਪਣੀ ਮੱਤ ਤਿਆਗ ਕੇ ਗੁਰਬਾਣੀ ਦੇ ਹਰ ਪੱਖ ਨੂੰ ਸਮਝਣ ਦੀ ਘਾਲਣ ਦੀ ਲੋੜ ਹੈ। ਫਿਰ ਕੋਈ ਕਿੰਤੂ ਪਰੰਤੂ ਨਹੀਂ ਰਹਿ ਜਾਂਦਾ। ਭਾਣਾ ਇਹ ਵਰਤ ਰਿਹਾ ਹੈ ਕਿ ਸਾਡੀ ਹਉਮੈ ਇੰਨੀ ਪ੍ਰਬਲ ਰੂਪ ਧਾਰ ਚੁੱਕੀ ਹੈ ਕਿ ਅਸੀਂ ਸਤਿਗੁਰਾਂ ਦਾ ਉਪਦੇਸ਼ ਮੰਨਣ ਲਈ ਆਪਣੇ ਮਨ ਨੂੰ ਤਿਆਰ ਨਹੀਂ ਕਰ ਸਕਦੇ। ਨਿਮਰਤਾ ਪ੍ਰਤੀ ਅਜਿਹਾ ਉਪਦੇਸ਼ ਸਾਨੂੰ ਬੜਾ ਓਪਰਾ ਲੱਗਦਾ ਹੈ। ਗੁਰਮਤਿ ਵੱਲੋਂ ਮੂੰਹ ਫੇਰ ਕੇ ਮਨਮਤ ਵਿਪਰਨ ਕੀ ਰੀਤ ਨਾਲ ਜੁੜਦੇ ਜਾਣ ਵਾਲੀ ਰੁਚੀ ਸਾਡੀ ਖੁਆਰੀ ਦਾ ਕਾਰਨ ਹੈ। ਚੜ੍ਹਦੀ ਕਲਾ ਦੀ ਪ੍ਰਾਪਤੀ ਸਤਿਗੁਰਾਂ ਦੇ ਉਪਦੇਸ਼ 'ਤੇ ਚੱਲਣ ਵਿੱਚ ਹੈ। ਸਰਬ ਸਾਂਝਾ ਉਪਦੇਸ਼ ਦੇਣ ਆਏ ਸਤਿਗੁਰਾਂ ਕੋਲੋਂ ਆਓ ਸਭਨਾਂ ਦੀ ਚਰਨ ਧੂੜ ਬਣਨ ਦਾ ਉਪਦੇਸ਼ ਦ੍ਰਿੜ ਕਰੀਏ। ਸਦ ਹੀ ਨਿਕਟ ਜਾਨੋ ਪ੍ਰਭ ਸੁਆਮੀ ਸਗਲ ਰੇਣ ਹੋਏ ਰਹੀਐ ਸਾਧੂ ਸੰਗਤ ਹੋਏ ਪ੍ਰਾਪਤ ਤਾਂ ਪ੍ਰਭ ਆਪੂਨਾ ਲਹੀਏ। ਪੰਨਾ 712। ਭਾਵ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਮਨ ਕਰਕੇ ਸਾਰਿਆਂ ਦੀ ਚਰਨ ਧੂੜ ਬਣ ਜਾਣ ਨਾਲ ਸਾਧੂ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਸਹੀ ਅਰਥਾਂ ਵਾਲੀ ਸੰਗਤ ਪ੍ਰਾਪਤ ਹੋ ਜਾਂਦੀ ਹੈ, ਜਿਸ ਤੋਂ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ। ਜਬ ਇਹ ਮਨ ਮੈਂ ਕਰਤ ਗੁਮਾਨਾ ਤਬ ਇਹ ਬਾਵਰ ਫਿਰਤ ਬੇਗਾਨਾ ਜਬ ਇਹ ਹੁਆ ਸਗਲ ਕੀ ਰੀਨਾ ਤਾ ਤੇ ਰਮਈਆ ਘਟ ਘਟ ਚੀਨਾ। ਸਹਿਜ ਸੁਹੇਲਾ ਹਲਮ ਸਕੀਨੀ ਸਤਿਗੁਰ ਆਪਣੇ ਮੋਹ ਦਾਨ ਦੀਨੀ ਰਹਾ। ਜਬ ਕਿਸ ਕੋ ਇਹ ਜਾਨ ਸਮੰਦਾ ਤਬ ਸਗਲੇ ਇਸ ਮੇਲੇ ਫੰਦਾ ਮੇਰ ਤੇਰ ਜਬ ਇਨੇ ਚੁਕਾਈ ਤਾਂ ਤੇ ਇਸ ਸੰਗ ਨਹੀਂ ਬਹਿਰਾਈ। ਪੰਨਾ 235। ਅਰਥ ਮੇਰੇ ਪ੍ਰਭੂ ਨੇ ਮੈਨੂੰ ਗਰੀਬੀ ਸੁਭਾਅ ਦੀ ਦਾਤ ਬਖਸ਼ੀ ਹੈ। ਗਰੀਬੀ ਸੁਭਾਅ ਦਾ ਫਲ ਇਹ ਹੋਇਆ ਹੈ ਕਿ ਮੈਨੂੰ ਆਤਮਿਕ ਅਡੋਲਤਾ ਮਿਲ ਗਈ ਹੈ। ਮੈਂ ਸੁਖੀ ਹਾਂ ਰਹਾ। ਜਦੋਂ ਮਨੁੱਖ ਆਪਣੇ ਮਨ ਵਿੱਚ ਦੂਜਿਆਂ ਨਾਲੋਂ ਚੰਗਾ ਹੋਣ ਦਾ ਮਾਣ ਕਰਦਾ ਹੈ
ਤਦੋਂ ਉਸ ਹੰਕਾਰ ਵਿੱਚ ਝੱਲਾ ਹੋਇਆ ਮਨੁੱਖ ਸਭ ਲੋਕਾਂ ਤੋਂ ਵੱਖਰਾ ਤੁਰਿਆ ਫਿਰਦਾ। ਪਰ ਜਦੋਂ ਇਹ ਸਭ ਲੋਕਾਂ ਦੀ ਚਰਨ ਧੂੜ ਹੋ ਗਿਆ, ਤਦੋਂ ਇਸਨੇ ਸੋਹਣੇ ਰਾਮ ਨੂੰ ਹਰੇਕ ਸਰੀਰ ਵਿੱਚ ਵੇਖ ਲਿਆ। ਜਦ ਤੱਕ ਮਨੁੱਖ ਹਰ ਕਿਸੇ ਨੂੰ ਭੈੜਾ ਸਮਝਦਾ ਹੈ, ਤਦ ਤੱਕ ਇਸ ਨੂੰ ਇਉਂ ਜਾਪਦਾ ਹੈ ਸਾਰੇ ਲੋਕ ਇਸ ਦੇ ਵਾਸਤੇ ਠੱਗੀ ਦੇ ਜਾਲ ਵਿਛਾ ਰਹੇ ਹਨ। ਪਰ ਜਦੋਂ ਇਸ ਨੇ ਆਪਣੇ ਅੰਦਰੋਂ ਵਿਤਕਰਾ ਦੂਰ ਕਰ ਦਿੱਤਾ, ਤਦੋਂ ਇਸ ਨੂੰ ਯਕੀਨ ਬਣ ਜਾਂਦਾ ਹੈ ਕਿ ਕੋਈ ਇਸ ਨਾਲ ਵੈਰ ਨਹੀਂ ਕਰ ਰਿਹਾ। ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੇ ਉੱਚਾ। ਜਾ ਕਾ ਮਨ ਹੋਏ ਸਗਲ ਕੀ ਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ। ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੇ ਸਗਲ ਸਿਸ਼ਟ ਸਾਜਨਾ। ਪੰਨਾ 266। ਅਰਥ, ਜੋ ਮਨੁੱਖ ਆਪਣੇ ਆਪ ਨੂੰ ਸਾਰਿਆਂ ਨਾਲੋਂ ਮੰਦਕਰਮੀ ਖਿਆਲ ਕਰਦਾ ਹੈ, ਉਸ ਨੂੰ ਸਾਰਿਆਂ ਨਾਲੋਂ ਚੰਗਾ ਸਮਝਣਾ ਚਾਹੀਦਾ ਹੈ। ਜਿਸ ਮਨੁੱਖ ਦਾ ਮਨ ਸਭਨਾਂ ਦੇ ਚਰਨਾਂ ਦੀ ਧੂੜ ਹੁੰਦਾ ਹੈ, ਭਾਵ ਜੋ ਸਭ ਨਾਲ ਗਰੀਬੀ ਸੁਭਾਅ ਵਰਤਦਾ ਹੈ, ਤਾਂ ਸਮਝੋ ਕਿ ਉਸ ਮਨੁੱਖ ਨੇ ਹਰੇਕ ਸਰੀਰ ਵਿੱਚ ਪ੍ਰਭੂ ਦੀ ਸੱਤਾ ਪਛਾਣ ਲਈ ਹੈ। ਆਪਸ ਕੋ ਜੋ ਭਲਾ ਕਹਾਵੈ, ਤਿਸੇ ਭਲਾਈ ਨਿਕਟ ਨ ਆਵੈ। ਸਰਬ ਕੀ ਰੇਨ ਜਾ ਕਾ ਮਨ ਹੋਏ, ਕਹੋ ਨਾਨਕ ਤਾ ਕੀ ਨਿਰਮਲ ਸੋਏ। ਪੰਨਾ 278। ਅਰਥ, ਜੋ ਮਨੁੱਖ ਆਪਣੇ ਆਪ ਨੂੰ ਨੇਕ ਅਖਵਾਉਂਦਾ ਹੈ, ਨੇਕੀ ਉਸ ਮਨੁੱਖ ਦੇ ਨੇੜੇ ਵੀ ਨਹੀਂ ਟੁਕਦੀ। ਜਿਸ ਮਨੁੱਖ ਦਾ ਮਨ ਸਭਨਾਂ ਦੇ ਚਰਨਾਂ ਦੀ ਧੂੜ ਹੋ ਜਾਏ, ਗੁਰਦੇਵ ਜੀ ਦਾ ਫਰਮਾਨ ਹੈ ਕਿ ਉਸ ਮਨੁੱਖ ਦੀ ਸੋਹਣੀ ਸ਼ੋਭਾ ਖਿਲਰਦੀ ਹੈ। ਸਭ ਕੀ ਰੇਨ ਹੋਏ ਰਹਿ ਮਨੁਆ, ਸਗਲੇ ਦੀਸੈ ਮੀਤ ਪਿਆਰੇ। ਸਭ ਮੱਧੇ ਰਵਿਆ ਮੇਰਾ ਠਾਕੁਰ, ਦਾਨ ਦੇਤ ਸਭ ਜੀ ਸਮਾਰੇ। ਪੰਨਾ 379। ਅਰਥ, ਜਿਸ ਦਾ ਮਨ ਸਭਨਾਂ ਦੀ ਚਰਨ ਧੂੜ ਬਣ ਜਾਂਦਾ ਹੈ, ਉਸ ਨੂੰ ਸ੍ਰਿਸ਼ਟੀ ਦੇ ਸਾਰੇ ਜੀਵ ਪਿਆਰੇ ਮਿੱਤਰ ਦਿਸਦੇ ਹਨ। ਉਸ ਨੂੰ ਪ੍ਰਤੱਖ ਦਿਸਦਾ ਹੈ ਕਿ ਪਿਆਰਾ ਪਾਲਣਹਾਰ ਪ੍ਰਭੂ ਸਭ ਜੀਵਾਂ ਵਿੱਚ ਵਿਆਪਕ ਹੈ ਤੇ ਸਭ ਜੀਵਾਂ ਨੂੰ ਦਾਤਾਂ ਦੇ ਕੇ ਸਭ ਦੀ ਸੰਭਾਲ ਕਰ ਰਿਹਾ ਹੈ। ਜਿਸ ਸਰਬ ਸੁੱਖਾਂ ਫਲ ਲੋੜੀਐ, ਸੋ ਸੱਚ ਕਮਾਵੋ। ਨੇੜੇ ਦੇਖੋ ਪਾਰ ਬ੍ਰਹਮ, ਇੱਕ ਨਾਮ ਧਿਆਵੋ। ਹੋਏ ਸਗਲ ਕੀ ਰੇਣੁਕਾ, ਹਰ ਸੰਗ ਸਮਾਵੋ। ਦੁਖ ਨਾ ਦੇਈ ਕਿਸੇ ਜੀ, ਪਤ ਸਿਉ ਘਰ ਜਾਵੋ। ਪਤ ਤੁ ਪੁਨੀਤ ਕਰਤਾ ਪੁਰਖ, ਨਾਨਕ ਸੁਣਾਵੋ। ਪੰਨਾ 322। ਅਰਥ, ਮੈਂ ਉਸ ਸੱਚੇ ਪ੍ਰਭੂ ਨੂੰ ਸਿਮਰਾਂ ਜਿਸ ਪਾਸੋਂ ਸਾਰੇ ਸੁੱਖ ਤੇ ਸਾਰੇ ਫਲ ਮੰਗੀਦੇ ਹਨ। ਉਸ ਪਾਰ ਬ੍ਰਹਮ ਨੂੰ ਆਪਣੇ ਅੰਗ ਸੰਗ ਵੇਖਾਂ ਤੇ ਕੇਵਲ ਉਸੇ ਦਾ ਹੀ ਨਾਮ ਧਿਆਵਾਂ। ਸਾਰਿਆਂ ਦੇ ਚਰਨਾਂ ਦੀ ਧੂੜ ਹੋ ਕੇ ਮੈਂ ਪਰਮਾਤਮਾ ਵਿੱਚ ਲੀਨ ਹੋ ਜਾਵਾਂ। ਮੈਂ ਕਿਸੇ ਵੀ ਜੀਵ ਨੂੰ ਦੁੱਖ ਨਾ ਦਿਆਂ ਤੇ ਇਸ ਤਰ੍ਹਾਂ ਇੱਜ਼ਤ ਨਾਲ ਆਪਣੇ ਅਸਲੀ ਘਰ ਵਿੱਚ ਜਾਵਾਂ, ਭਾਵ ਪ੍ਰਭੂ ਦੀ ਹਜ਼ੂਰੀ ਵਿੱਚ ਆਪਣਾ। ਹੇ ਨਾਨਕ, ਮੈਂ ਹੋਰਨਾਂ ਨੂੰ ਵੀ ਦੱਸਾਂ ਕਿ ਅਕਾਲ ਪੁਰਖ ਵਿਕਾਰਾਂ ਵਿੱਚ ਡਿੱਗਿਆਂ ਹੋਇਆਂ ਨੂੰ ਵੀ ਪਵਿੱਤਰ ਕਰਨ ਵਾਲਾ ਹੈ। ਦਾਸਨ ਦਾਸ ਰੀਣ ਦਾਸਨ ਕੀ, ਜਨ ਕੀ ਟਹਿਲ ਕਮਾਵੋ। ਸਰਬ ਸੁਖ ਵਡਿਆਈ ਨਾਨਕ, ਜੀਵੋ ਮੁਖੋਂ ਬਲਾਓ। ਪੰਨਾ 529। ਕਾਮ ਕ੍ਰੋਧ ਲੋਭ ਮੋਹ ਅਵਮਾਨਾ, ਤਾਂ ਮੈਂ ਸੁਖ ਨਹੀਂ ਪਾਈਐ। ਹੋ ਰੇਣ ਤੂੰ ਸਗਲ ਕੀ ਮੇਰੇ ਮਨ, ਤੋ ਆਨੰਦ ਮੰਗਲ ਸੁਖ ਪਾਈਐ। ਪੰਨਾ 614। ਅਰਥ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਸ ਵਿੱਚ ਫਸੇ ਰਿਆਂ ਸੁੱਖ ਨਹੀਂ ਮਿਲਿਆ ਕਰਦਾ। ਹੇ ਮੇਰੇ ਮਨ, ਤੂੰ ਸਭਨਾਂ ਦੇ ਚਰਨਾਂ ਦੀ ਧੂੜ ਬਣਿਆ ਰਹੋ, ਤਦੋਂ ਹੀ ਆਤਮਿਕ ਆਨੰਦ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ। ਗੁਰ ਕੇ ਚਰਨ ਕਮਲ ਨਮਸਕਾਰ, ਕਾਮ ਕ੍ਰੋਧ ਇਸ ਤਨ ਤੇ ਮਾਰ। ਹੋਏ ਰਹੀਐ ਸਗਲ ਕੀ ਰੀਨਾ, ਘਟ ਘਟ ਰਮਈਆ ਸਭ ਮੈਂ ਚੀਨਾ। ਪੰਨਾ 866। ਅਰਥ, ਆਪਣੇ ਗੁਰੂ ਦੇ ਚਰਨਾਂ ਤੇ ਨਮਸਕਾਰ ਕਰਿਆ ਕਰੋ। ਗੁਰੂ ਦੀ ਕਿਰਪਾ ਨਾਲ ਆਪਣੇ ਇਸ ਸਰੀਰ ਵਿੱਚੋਂ ਕਾਮ ਅਤੇ ਕ੍ਰੋਧ ਆਦਿ ਵਿਕਾਰਾਂ ਨੂੰ ਮਾਰ ਮੁਕਾ। ਹੇ ਭਾਈ, ਸਭਨਾਂ ਦੇ ਚਰਨਾਂ ਦੀ ਧੂੜ ਹੋ ਕੇ ਰਹਿਣਾ ਚਾਹੀਦਾ ਹੈ। ਹਰੇਕ ਸਰੀਰ ਵਿੱਚ ਸਭ ਜੀਵਾਂ ਵਿੱਚ ਸੋਹਣੇ ਰਾਮ ਨੂੰ ਵਸਦਾ ਵੇਖ। ਸਭ ਕੀ ਰੇਣ ਹੋਏ ਮਨ ਮੇਰਾ, ਅਹੰ ਬੁੱਧ ਤਜਾਵੋ। ਆਪਣੀ ਭਗਤ ਦੇਹ ਦਿਆਲਾ, ਬਡਭਾਗੀ ਨਾਨਕ ਹਰ ਪਾਵ। ਪੰਨਾ 1120। ਅਰਥ, ਹੇ ਦਿਆਲ ਪ੍ਰਭੂ, ਮਿਹਰ ਕਰ, ਮੈਨੂੰ ਆਪਣੀ ਭਗਤੀ ਦੀ ਦਾਤ ਬਖਸ਼। ਮਿਹਰ ਕਰ, ਮੇਰੇ ਅੰਦਰੋਂ ਹਉਮੈ ਦੂਰ ਕਰ। ਮੇਰਾ ਮਨ ਸਭਨਾਂ ਦੇ ਚਰਨਾਂ ਦੀ ਧੂੜ ਹੋਇਆ ਰਹੇ। ਸਤਿਗੁਰਾਂ ਦਾ ਫਰਮਾਨ ਹੈ ਕਿ ਸਭਨਾਂ ਦੇ ਚਰਨਾਂ ਦੀ ਧੂੜ ਹੋਣ ਕਾਰਨ ਤੁਸੀਂ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰਕੇ
ਵਡਭਾਗੇ ਬਣਦੇ ਹੋ। ਅਸੀਂ ਜਿਹੜੇ ਅੱਜ ਬੰਦੂਕਾਂ, ਪਿਸਤੌਲ, ਮੋਟਰਸਾਈਕਲ, ਬੰਬ ਆਦਿ ਲੈ ਕੇ ਉਹਨਾਂ ਲੋਕਾਂ ਨੂੰ ਸੋਧਣ ਚੜ੍ਹੇ ਹੋਏ ਹਾਂ ਜਿਨ੍ਹਾਂ ਨੂੰ ਅਸੀਂ ਚੰਗੇ ਨਹੀਂ ਸਮਝਦੇ, ਸਾਨੂੰ ਆਪਣੇ ਸਤਿਗੁਰਾਂ ਦੇ ਇਹ ਬਚਨ ਚੰਗੇ ਕਿਵੇਂ ਲੱਗ ਸਕਦੇ ਹਨ? ਸਾਡੀ ਬਦਕਿਸਮਤੀ ਦਾ ਕਾਰਨ ਵੀ ਇਹੀ ਹੈ ਕਿ ਅਸੀਂ ਆਪਣੇ ਪੂਰਨ ਗੁਰੂ ਨੂੰ ਛੱਡ ਤੁਰੇ ਹਾਂ ਅਤੇ ਉਹਨਾਂ ਡੇਰੇਦਾਰਾਂ ਨੂੰ ਮਹਾਂਪੁਰਖ ਸਮਝ ਕੇ ਆਪਣੇ ਧਰਮ ਗੁਰੂ ਮੰਨ ਬੈਠੇ ਹਾਂ ਜਿਨ੍ਹਾਂ ਨੂੰ ਗੁਰਮਤਿ ਦਾ ਉੱਕਾ ਹੀ ਪਤਾ ਨਹੀਂ, ਜਾਂ ਫਿਰ ਉਹ ਸਿੱਖ ਨੂੰ ਗੁਰਮਤਿ ਨਾਲੋਂ ਬਿਲਕੁਲ ਤੋੜ ਕੇ ਆਪਣੇ ਜੋਗੇ ਬਣਾ ਲੈਣਾ ਚਾਹੁੰਦੇ ਹਨ। ਵਿਕਾਰੀਆਂ ਨੂੰ ਭਾਜੜਾਂ ਪਾਉਣ ਲਈ ਜਿਹੜੇ ਸ਼ਸਤਰ ਗੁਰਦੇਵ ਜੀ ਸਾਨੂੰ ਫੜਾ ਰਹੇ ਹਨ, ਉਹਨਾਂ ਦੇ ਧਾਰਨ ਵਿੱਚ ਹੀ ਸਾਡੀ ਕਲਿਆਣ ਹੈ। ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਇਸ਼ਾਰੀ, ਇਸ ਆਗੇ ਕੋ ਨਾ ਟਿਕੈ ਵਿਕਾਰੀ, ਗੁਰ ਪੂਰੇ ਇਹ ਗੱਲ ਸਾਰੀ। ਪੰਨਾ 628। ਅਰਥ, ਨਿਮਰਤਾ ਸੁਭਾਓ ਸਾਡੇ ਪਾਸ ਗੁਰਜ ਹੈ, ਸਭ ਦੀ ਚਰਨ ਧੂੜ ਬਣੇ ਰਹਿਣਾ ਸਾਡੇ ਪਾਸ ਖੰਡਾ ਹੈ। ਇਸ ਗੁਰਜ ਅੱਗੇ, ਇਸ ਖੰਡੇ ਅੱਗੇ ਕੋਈ ਵੀ ਕੁਕਰਮੀ ਟੇਕ ਨਹੀਂ ਸਕਦਾ। ਸਾਨੂੰ ਪੂਰੇ ਗੁਰੂ ਨੇ ਇਹ ਗੱਲ ਚੰਗੀ ਤਰ੍ਹਾਂ ਸਮਝਾ ਦਿੱਤੀ ਹੈ। ਗੁਰੂ ਨੇ ਮੇਰੇ ਅੰਦਰੋਂ ਆਪਣੱਤ ਮੁਕਾ ਕੇ ਨਿਮਰਤਾ ਇਸ ਹੱਦ ਤੱਕ ਪੱਕੀ ਕਰ ਦਿੱਤੀ ਹੈ ਕਿ ਮੇਰਾ ਮਨ ਸਭਨਾਂ ਦੀ ਚਰਨ ਧੂੜ ਬਣ ਗਿਆ। ਇਹੀ ਹੈ ਸਤਿਗੁਰਾਂ ਦੇ ਘਰ ਦੀ ਚਰਨਾਮ੍ਰਿਤ। ਏਤ ਛਡਾਈ ਮੋਹ ਤੇ ਇਤਨੀ ਦ੍ਰਿੜਤਾਰੀ, ਸਗਲ ਰੇਨ ਇਹ ਮਨ ਭਇਆ ਬਿਨਸੀ ਅਪਤਾਰੀ। ਪੰਨਾ 810। ਮਹਾ ਆਨੰਦ ਮੰਗਲ ਰੂਪ, ਤੁਮਰੇ ਬਚਨ ਅਨੂਪ ਰਸਾਲ, ਹਿਰਦੇ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬੰਧਿਓ ਪਾਲ। ਪੰਨਾ 680। ਅਰਥ, ਪੰਚਮ ਪਾਤਸ਼ਾਹ ਗੁਰਦੇਵ ਜੀ ਦਾ ਫਰਮਾਨ ਹੈ, ਹੇ ਭਾਈ, ਇਹ ਗੱਲ ਘੁੱਟ ਕੇ ਪੱਲੇ ਬੰਨ੍ਹ ਲਵੋ ਕਿ ਅਤਿਅੰਤ ਨਿਮਰਤਾ ਭਾਵ ਨਾਲ ਸਤਿਗੁਰਾਂ ਦਾ ਸ਼ਬਦ ਉਪਦੇਸ਼ ਹਿਰਦੇ ਵਿੱਚ ਵਸਾਉਣਾ ਹੀ ਸਤਿਗੁਰੂ ਦੇ ਚਰਨ ਹਿਰਦੇ ਵਿੱਚ ਵਸਾਉਣੇ ਹੁੰਦੇ ਹਨ। ਪ੍ਰਭੂ ਦੀਆਂ ਵਡਿਆਈਆਂ ਦ੍ਰਿੜ ਕਰਾਉਣ ਵਾਲੇ ਸਤਿਗੁਰਾਂ ਦੇ ਬਚਨ ਇਹ ਕਹਿਣ ਜੋਗਾ ਗੁਰਸਿੱਖ ਨੂੰ ਬਣਾ ਦਿੰਦੇ ਹਨ ਕਿ ਹੇ ਪ੍ਰਭੂ, ਤੂੰ ਆਨੰਦ ਸਰੂਪ ਹੈ, ਤੂੰ ਮੰਗਲ ਰੂਪ ਹੈ, ਆਨੰਦ ਹੀ ਆਨੰਦ, ਖੁਸ਼ੀ ਹੀ ਖੁਸ਼ੀ ਤੇਰਾ ਵਜੂਦ ਹੈ। ਹੇ ਪ੍ਰਭੂ, ਤੇਰੀ ਸਿਫਤ ਸਲਾਹ ਦੀ ਬਾਣੀ ਸੁੰਦਰ ਹੈ ਅਤੇ ਰਸੀਲੀ ਹੈ। ਨਾ ਕੋ ਜਾਣੇ ਆਪਣੋ ਏਕੇ ਟੇਕ ਆਧਾਰ, ਰੈਣ ਦਿਨਸ ਸਿਮਰਤ ਰਹੇ, ਸੋ ਪ੍ਰਭ ਪੁਰਖ ਅਪਾਰ, ਰੇਣ ਸਗਲ ਯਾ ਮਨ ਕਰੇ, ਏਉ ਕਰਮ ਕਮਾਏ, ਹੁਕਮੇ ਬੁਝੇ ਸਦਾ ਸੁਖ, ਨਾਨਕ ਲਿਖਿਆ ਪਾਏ। ਪੰਨਾ 256। ਅਰਥ, ਹੈ ਨਾਨਕ, ਜਿਹੜਾ ਮਨੁੱਖ ਇੱਕ ਪ੍ਰਭੂ ਦਾ ਹੀ ਆਸਰਾ ਪਰਨਾ ਲੈਂਦਾ ਹੈ, ਕਿਸੇ ਹੋਰ ਨੂੰ ਆਪਣਾ ਆਸਰਾ ਨਹੀਂ ਸਮਝਦਾ, ਸਰਬ ਵਿਆਪਕ ਬੇਅੰਤ ਪ੍ਰਭੂ ਨੂੰ ਦਿਨ ਰਾਤ ਹਰ ਵੇਲੇ ਸਿਮਰਦਾ ਹੈ, ਆਪਣੇ ਇਸ ਮਨ ਨੂੰ ਸਭਨਾਂ ਦੀ ਚਰਨ ਧੂੜ ਬਣਾਉਂਦਾ ਹੈ। ਜਿਹੜਾ ਮਨੁੱਖ ਇਹ ਕਰਮ ਕਮਾਉਂਦਾ ਹੈ, ਉਹ ਪ੍ਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਸਦਾ ਆਤਮਿਕ ਆਨੰਦ ਮਾਣਦਾ ਹੈ। ਪਿਛਲੇ ਕੀਤੇ ਭਲੇ ਕਰਮਾਂ ਦਾ ਲੇਖ ਉਸ ਦੇ ਮੱਥੇ ਉੱਤੇ ਉਗੜ ਪੈਂਦਾ ਹੈ। ਗੁਰੂ ਸਾਹਿਬ ਜੀ ਦੇ ਅਜਿਹੇ ਬਚਨ ਹਿਰਦੇ ਵਿੱਚ ਪੱਕੇ ਕਰ ਲੈਣੇ ਹੀ ਸਤਿਗੁਰਾਂ ਦੇ ਅਸਲੀ ਚਰਨ ਹਨ। ਗੁਰੂ ਬਚਨਾਂ ਅਨੁਸਾਰ ਨਿਮਰਤਾ ਨਾਲ ਆਪਣਾ ਜੀਵਨ ਢਾਲ ਲੈਣ ਦਾ ਪੱਕਾ ਸੰਕਲਪ ਹੀ ਸਤਿਗੁਰਾਂ ਦੀ ਚਰਨ ਧੂੜ ਅਥਵਾ ਚਰਨਾਮ੍ਰਿਤ ਹੈ। ਸਤਿਗੁਰ ਮੈਂ ਬਲਹਾਰੀ ਤੋਰ, ਜਿਨ ਸਕਲ ਬਿਕਲ ਭ੍ਰਮ ਕਾਟੇ ਮੋਰ, ਰਾਮਾਨੰਦ ਸੁਆਮੀ ਰਮਤ ਬ੍ਰਹਮ, ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਪੰਨਾ 1195। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 5ਵਾਂ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। 6ਵੇਂ ਕਾਂਡ ਦਾ ਦੂਜਾ ਭਾਗ। ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।